ਵਿਦਰੋਹ ਹਥਿਆਰਬੰਦ ਨਹੀਂ ਇਕੱਲਾ ਹੁੰਦਾ, ਵਿਦਰੋਹ ਆ ਵੀ ਹੁੰਦਾ ਜਦੋਂ ਅਸੀਂ ਬਾਹਾਂ 'ਚ ਬਾਹਾਂ ਪਾ ਕੇ ਖੜ ਜਾਂਦੇ ਆ। ਇਸ ਉਮਰ ਦੇ ਸਾਥੀ ਸਾਡੇ ਸਭ ਤੋਂ ਵੀ ਵੱਡੇ ਜਿਹੜੇ ਹੈਗੇ ਆ, ਜਦੋਂ ਇੱਥੇ ਖੜ ਗਏ ਨਾ ਲੋਕ, ਇਹ ਇੱਕ ਵਿਦਰੋਹ ਦੀ ਨਿਸ਼ਾਨੀ ਹੈ। ਸਾਡੇ ਸਬਰ ਦਾ ਅੰਤ ਨਾ ਦੇਖੇ, ਅਸੀਂ ਤਾਂ ਜੇ ਇੱਥੇ ਖੜੇ ਵੀ ਐਦਾਂ ਚਲੇ ਗਏ ਨਾ, ਕੋਈ ਫਰਕ ਨਹੀਂ ਪੈਂਦਾ। ਸਾਨੂੰ ਖੁਸ਼ੀ ਹੈ ਬਹੁਤ, ਜੇ ਐਦਾਂ ਖੜੇ ਨਾ, ਅਸੀਂ ਤਿਆਰ ਹਾਂ ਇਸ ਮਾਮਲੇ 'ਚ। ਜੇ ਮੋਦੀ ਸਾਹਿਬ ਸਾਡੀ ਜਾਨ ਹੀ ਚਾਹੁੰਦੇ ਨੇ, 700 ਭਰਾ ਮਰ ਗਿਆ ਨਾ, ਸਾਡਾ ਚਲਾ ਗਿਆ। ਕਿਸਾਨੀ ਤੜਫ ਹੈ, ਲੇਕਿਨ ਚੂੰ ਨਹੀਂ ਕੀਤੀ, ਨਾ ਉਹਨਾਂ ਦੇ ਪਰਿਵਾਰਾਂ ਨੇ ਕੀਤੀ ਹੈ। ਕਿਸੇ ਦੇ ਅੱਗੇ ਭੀਖ ਨਹੀਂ ਮੰਗੀ, ਹੱਥ ਨਹੀਂ ਅੱਡੇ। ਨਾਲ ਭੁੱਖ ਹੜਤਾਲ ਵੀ ਚੱਲ ਰਹੀ ਹੈ ਸੰਯੁਕਤ ਮੋਰਚੇ ਦੇ ਸਮਰਥਨ 'ਚ, ਤੁਸੀਂ ਦੇਖ ਸਕਦੇ ਹੋ ਲੜੀਵਾਰ। ਤੇ ਹੁਣ ਤਾਂ ਵਾਹਵਾ ਸਮਾਂ ਹੋ ਗਿਆ। ਬਿਲਕੁਲ ਸਮਾਂ ਹੋ ਗਿਆ। ਸਬਰ ਸਾਡਾ ਕਿੰਨਾ ਕੁ ਵੇਖਣਾ, ਕਿਸਾਨੀ ਦਾ ਸਬਰ ਨਹੀਂ ਵੇਖਣਾ ਚਾਹੀਦਾ। ਮੈਂ ਤਾਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ, ਕਿਸਾਨੀਆਂ ਦੀਆਂ ਸੇਵਾਵਾਂ ਚੰਗੇ ਪਾਸੇ ਲਾਓ। ਇਸ ਦੇਸ਼ ਦੀ ਤਰੱਕੀ 'ਚ ਲੱਗੇ ਕਿਸਾਨੀ ਦੇ ਵਰਕਿੰਗ ਆਵਰਸ। ਕਿਉਂ ਉਹਨਾਂ ਨੂੰ ਧਰਨਿਆਂ 'ਤੇ ਬੈਠ ਕੇ, ਸਿੰਘੂ ਬਾਰਡਰ ਦੇ ਉੱਤੇ ਬੈਠ ਕੇ ਕਿਉਂ ਆਪਣਾ ਇਹ ਸਮਾਂ ਗਵਾਉਣਾ ਪੈ ਰਿਹਾ ਹੈ? ਦੇਸ਼ ਦਾ ਪ੍ਰਧਾਨ ਮੰਤਰੀ, ਕੇਂਦਰ ਦੀ ਸਰਕਾਰ ਕਿਸਾਨਾਂ ਦਾ ਸਬਰ ਵੇਖ ਰਹੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਮਰਜੀਵੜੇ ਐਦਾਂ ਮੁੜਨ ਵਾਲੇ ਨਹੀਂ ਗੇ। ਸਾਨੂੰ ਕਨਵਿੰਸ ਕਰਾ ਕੇ ਸਾਨੂੰ ਦੱਸਿਆ ਜਾਏ, ਜਿਹੜੇ ਖੇਤੀ ਬਿੱਲ ਸੈਂਟਰ ਦੀ ਪਾਵਰ 'ਚ ਹੀ ਹੈ ਨਹੀਂ, ਧੱਕੇ ਦੇ ਨਾਲ ਬਣਾ ਕੇ ਕਾਰਪੋਰੇਟ ਹਾਊਸਿਸ ਦੇ ਲਈ, ਅੱਜ ਕਿਸਾਨੀ ਨੇ ਸਾਬਤ ਕਰ ਦਿੱਤਾ ਦੁਨੀਆ ਭਰ ਦੇ ਵਿੱਚ ਕਿ ਇਹ ਬਿੱਲ ਗਲਤ ਨੇ। ਜੇ ਕਦੀ ਗਲਤੀ ਹੋ ਵੀ ਜਾਵੇ, ਬੜੇ ਬਿੱਲ ਨੇ ਜਿਹੜੇ ਸੈਂਟਰ ਦੇ ਵਿੱਚ ਪਾਸ ਹੋਏ ਆ, ਮੈਂ ਕੋਟ ਕਰ ਸਕਦਾ ਉਹਨਾਂ ਨੂੰ, ਜਿਹੜੇ ਬਿੱਲ ਪਾਸ ਕਰਨ ਤੋਂ ਬਾਅਦ ਵਿਡਰਾ ਕੀਤੇ ਨੇ ਸੈਂਟਰ ਗੌਰਮੈਂਟ ਨੇ। ਇਸ ਵਿੱਚ ਕਿਹੜੀ ਗੱਲ ਹੈਗੀ ਹੈ? ਜੇ ਵਿਡਰਾ ਕਰਕੇ ਗੌਰਮੈਂਟ ਕੋਈ ਚੰਗੇ ਬਿੱਲ ਲਿਆਉਣਾ ਚਾਹੁੰਦੀ ਹੈ, ਕਿਸਾਨਾਂ ਦੇ ਨਾਲ ਡਿਸਕਸ ਕਰਕੇ ਉਹਨੂੰ ਫਿਰ ਦੁਬਾਰਾ ਰਿਵਾਈਵ ਕੀਤਾ ਜਾ ਸਕਦਾ। ਲੇਕਿਨ ਇਹ ਪ੍ਰੈਸਟੀ ਬਣਾ ਕੇ, ਜਦੋਂ ਕੋਈ ਗੌਰਮੈਂਟ ਪ੍ਰੈਸਟੀ ਬਣਾਉਂਦੀ ਹੈ ਤੇ ਉਦੋਂ ਨੁਕਸਾਨ ਹੁੰਦੇ ਨੇ। ਡਟੇ ਰਹਿਣਾ, ਟੁੱਟਦਾ ਹੈ ਇਨਸਾਨ, ਝੁਕਣਾ ਜ਼ਰੂਰੀ ਹੈ। ਝੁਕ ਕੇ ਗੱਲ ਕਰਕੇ, ਪ੍ਰਧਾਨ ਮੰਤਰੀ ਲੋਕਾਂ ਨੇ ਬਣਾਇਆ। ਪ੍ਰਧਾਨ ਮੰਤਰੀ ਕਿਸੇ ਪਾਰਟੀ ਦਾ ਨਹੀਂ ਹੈ, ਉਸ ਦੇਸ਼ ਦਾ। ਸਾਡੇ ਮੋਦੀ ਸਾਹਿਬ ਇਹ ਭੁੱਲ ਗਏ ਨੇ, ਉਹ ਸ਼ਾਇਦ ਕਿਸੇ ਇੱਕ ਵਰਗ ਨੂੰ ਰਿਪਰੈਜ਼ੈਂਟ ਕਰਦੇ ਨੇ। ਨਹੀਂ, ਅਸੀਂ ਅੱਜ ਵੀ ਕਹਿੰਦੇ ਉਹ ਪ੍ਰਧਾਨ ਮੰਤਰੀ ਦੇਸ਼ ਦਾ। ਜੇ ਇਹ ਹਾਲਤ ਨਾ ਹੁੰਦੀ, ਅੱਜ ਵਿਦੇਸ਼ਾਂ 'ਚ ਉਹਨਾਂ ਨੂੰ ਇਸ ਤਰ੍ਹਾਂ ਦੀ ਜੋ ਪ੍ਰੋਟੈਸਟ ਹੋ ਰਹੇ ਨੇ, ਉਹ ਕਦੀ ਫੇਸ ਨਾ ਕਰਨੇ ਪੈਂਦੇ। ਸਾਡੇ ਦੇਸ਼ ਲਈ ਚੰਗੀ ਗੱਲ ਨਹੀਂ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਏਡੇ ਵੱਡੇ ਮੁਜ਼ਾਹਰੇ ਹੋਣ। ਵਾਈ ਇਹਦੇ ਤੇ ਵਿਚਾਰ ਕਰਨਾ ਸਵਾਲ ਹੋ ਰਹੇ ਨੇ ਵੀ ਜਿਹੜੇ ਸੰਵਿਧਾਨ ਨੂੰ ਰੀਪ੍ਰੈਜ਼ੈਂਟ ਕਰ ਰਹੇ ਅਮਰੀਕਾ 'ਚ ਜਾ ਕੇ, ਉਸ ਸੰਵਿਧਾਨ ਦੇ ਤਹਿਤ ਲੋਕ 1 ਸਾਲ ਤੋਂ ਸੰਘਰਸ਼ ਕਰ ਰਹੇ। ਹਾਂ, ਮੈਂ ਇੱਕ ਗੱਲ ਕਰਨੀ ਚਾਹਨਾ, ਉਹ ਲੋਕਤੰਤਰ ਦੀ ਗੱਲ ਕਰ ਰਿਹਾ। ਹਰ ਵਕਤ ਉੱਤੇ ਪਾਕਿਸਤਾਨ ਦੀ ਗੱਲ ਹੋ ਰਹੀ ਹੈ। ਅਸੀਂ ਕਿਸੇ ਦੇਸ਼ ਨੂੰ, ਦੂਜੇ ਦੇਸ਼ ਨੂੰ ਇਜਾਜ਼ਤ ਨਹੀਂ ਦਿੰਦੇ ਕਿ ਸਾਡੇ ਦੇਸ਼ 'ਤੇ ਹਮਲਾ ਕਰੇ। ਲੇਕਿਨ ਸਭ ਤੋਂ ਵੱਡਾ ਸੰਤਾਪ ਪੰਜਾਬ ਭੋਗ ਰਿਹਾ। ਪੰਜਾਬ, ਪਾਕਿਸਤਾਨ ਦੀ ਇਸ ਜਿਹੜੀ ਐਟੀਟਿਊਡ ਹੈਗਾ, ਜਿਹੜੀ ਉਹਦੀ ਅਪਰੋਚ ਹੈ, ਉਹਦੇ ਲਈ ਹਿੰਦੁਸਤਾਨ ਦੇ ਨਾਲ ਸਭ ਤੋਂ ਜ਼ਿਆਦਾ ਪੰਜਾਬ ਭੋਗ ਰਿਹਾ। ਸੰਤਾਪ ਭੋਗ ਰਿਹਾ, ਪਰ ਖਾਲਿਸਤਾਨੀ ਦਾ ਟੈਗ ਵੀ ਪੰਜਾਬ 'ਤੇ ਲੱਗ ਰਿਹਾ, ਅੱਤਵਾਦੀ ਦਾ ਟੈਗ। ਅਸੀਂ ਲੋਕਾਂ ਦੇ ਸਾਹਮਣੇ ਹੈ, ਇਹ ਤੁਹਾਨੂੰ ਅੱਤਵਾਦੀ ਦਿਸਦੇ ਨੇ, ਇਹ ਖਾਲਿਸਤਾਨੀ ਦਿਖਦੇ ਨੇ। ਜੇ ਤੁਸੀਂ ਬਣਾਉਣੇ ਆ ਤਾਂ ਤੁਹਾਡੀ ਮਰਜ਼ੀ ਹੈ। ਇਹ ਅੰਨਦਾਤਾ ਹੈ, ਅੰਨਦਾਤਾ ਦੇਸ਼ ਦੀ ਲੜਾਈ ਲੜ ਰਿਹਾ, ਜਿਹੜਾ ਰੋਟੀ ਲੋਕਾਂ ਦੇ ਮੂੰਹ 'ਚ ਪਾ ਰਿਹਾ। ਭੁੱਲ ਜਾਣਾ ਚਾਹੀਦਾ 1965-66 ਦਾ ਸਮਾਂ ਯਾਦ ਕਰਾਣੇ ਮੋਦੀ ਸਾਹਿਬ ਨੂੰ, ਕਿਸ ਤਰ੍ਹਾਂ ਠੂਠਾ ਫੜ ਕੇ ਅਮਰੀਕਾ ਦੇ ਅੱਗੇ ਕੀਤਾ ਸੀਗਾ। ਅੱਜ ਉਸ ਕਿਸਾਨੀ ਨੇ ਤੁਹਾਨੂੰ ਜੀਣਾ ਸਿਖਾਤਾ, ਤੁਹਾਡੇ ਘਰ ਦਾਣੇ ਪਾ ਦਿੱਤੇ ਜਿਹਨੂੰ ਕਹਿੰਦੇ ਆ। ਤੁਸੀਂ ਅੱਜ ਉਸੇ ਕਿਸਾਨੀ ਦਾ ਮਖੌਲ ਉਡਾ ਰਹੇ ਹੋ, ਉਹਨੂੰ ਮਜ਼ਾਕ ਕਰ ਰਹੇ ਹੋ। ਨਹੀਂ ਚੰਗੀ ਗੱਲ, ਇਹਨੂੰ ਕੋਈ ਟੋਲਰੇਟ ਨਹੀਂ ਕਰੇਗਾ। ਸਾਡੀ ਸੈਲਫ ਰਿਸਪੈਕਟ ਹੈ, ਸਾਨੂੰ ਜੋ ਕਹਿਣਾ ਕਹਿ ਲਓ, ਲਾ ਲਓ ਸਾਡੇ ਤੇ ਜਿਹੜੇ ਟੈਗ ਲਾਣੇ ਆ, ਪਰ ਬਿੱਲ ਵੀ ਡਰਾ ਕਰ ਲਓ। ਮੋਦੀ ਸਾਹਿਬ, ਸਾਨੂੰ ਜੋ ਕਹਿਣਾ ਕਹਿ ਲਿਓ, ਉਸ ਤੋਂ ਬਾਅਦ ਲੜ ਲਿਓ, ਲੋਕਾਂ ਦੀ ਕਚਹਿਰੀ 'ਚ ਚਲੇ ਜਾਇਓ ਨਾ, ਦੱਸਿਓ ਲੋਕਾਂ ਦੀ ਕਚਹਿਰੀ 'ਚ ਜਾ ਕੇ, ਫਿਰ ਵੋਟਾਂ ਮੰਗ ਲਿਓ। ਉਹ ਗੱਲ ਵੱਖਰੀ ਹੈ। ਬਦਨਾਮ ਕਰਕੇ ਇਸ ਤਰ੍ਹਾਂ ਚੰਗਾ ਨਹੀਂ ਹੁੰਦਾ। ਜੇ ਬਦਨਾਮ ਕਰਨਾ, ਤੇ ਮੈਂ ਗੱਲ ਕਹਿਣੀ ਚਾਹਨਾ, ਅੱਜ ਜਿਹੜੀ 21,000 ਦੀ ਹੀਰੋਇਨ ਫੜੀ ਗਈ ਹੈ ਅਦਾਨੀ ਦੀ ਬੰਦਰਗਾਹ ਦੇ ਉੱਤੇ, ਉਹਦਾ ਜਵਾਬ ਮਿਲਣਾ ਚਾਹੀਦਾ। ਮੋਦੀ ਸਾਹਿਬ, ਕਿਸੇ ਸਿੱਖ ਭਾਈਚਾਰੇ 'ਚੋਂ, ਕਿਸੇ ਮੁਹੰਮਦਨ ਭਾਈਚਾਰੇ 'ਚੋਂ ਕਿਤੇ ਉਹ ਬੰਦਰਗਾਹ ਹੁੰਦੀ ਤੇ ਅੱਜ ਕੀ ਟੈਗ ਲੱਗੇ ਹੁੰਦੇ ਵੀ ਪੰਜਾਬੀ ਆਹ ਕੰਮ ਕਰਦੇ ਨੇ, ਹੀਰੋਇਨ ਦਾ ਕੰਮ ਕਰਦੇ ਨੇ। ਤੇਰਾ ਸਕਾ ਪੁੱਤ ਇਹ ਕੰਮ ਕਰ ਰਿਹਾ, ਜਿਹਦੀ ਇਹ ਫੜੀ ਗਈ ਹੈ, ਐਡੀ ਵੱਡੀ ਹੀਰੋਇਨ ਖੇਪ ਬੜੀ ਗਈ ਹੈ। ਸਾਡੇ ਪੁੱਤਾਂ ਨੂੰ ਬਰਬਾਦ ਕਰਨ ਦੇ ਲਈ ਤੁਸੀਂ ਇਹ ਕੰਮ ਕਰ ਰਹੇ ਹੋ, ਆਪਣੇ ਪੈਸੇ ਕਮਾ ਰਹੇ ਹੋ। ਇਹਦਾ ਜਵਾਬ ਮਿਲਣਾ ਚਾਹੀਦਾ ਆਉਣ ਵਾਲੇ ਦਿਨਾਂ 'ਚ। ਕਿਸਾਨੀ ਤਾਂ ਆਪਣੇ ਹੱਕ ਮੰਗਦੀ ਹੈ ਨਾ। ਕਿਸਾਨੀ ਤਾਂ ਸਿਰਫ 3 ਬਿੱਲਾਂ ਦੀ ਗੱਲ ਕਰਦੀ ਹੈ। ਤੁਸੀਂ ਤਾਂ ਬਰਬਾਦ ਕਰਨ ਤੇ ਦੂਜੇ ਪਾਸੇ ਵੱਲ ਨੂੰ ਤੁਰ ਗਏ ਆ। ਇਹਨਾਂ ਸਵਾਲਾਂ ਦਾ ਕੌਣ ਜਵਾਬ ਦੇਗਾ? ਆਉਣ ਵਾਲੇ ਲੋਕ ਪੁੱਛਣਗੇ। ਸਾਡੇ ਦੇ ਟੈਗ ਜਿਹੜੇ ਲਾਣੇ ਲਾ ਲਾਓ, ਲੇਕਿਨ ਉਹਨਾਂ ਦੇ ਟੈਗ ਕੀ ਲਾਓਗੇ?
ਅਦਾਨੀ ਤੇ ਟੈਕ ਕੀ ਲਾਓਗੇ? ਉਸ ਬੰਦਰਗਾਹ ਤੋਂ ਫੜਿਆ ਹੋਇਆ ਐਡਾ ਨਜਾਇਜ਼ ਮਾਲ ਔਰ ਹੋਰ ਪਤਾ ਨਹੀਂ ਕਿੰਨਾ ਆ ਰਿਹਾ, ਕਿੱਦਾਂ ਜਾ ਰਿਹਾ, ਉਹ ਵੀ ਗੁਜਰਾਤ 'ਚ। ਜਿਸ ਤਰ੍ਹਾਂ ਤੁਸੀਂ ਬੋਲ ਰਹੇ ਹੋ ਮੈਨੂੰ ਐਂ ਲੱਗਦਾ ਕਿ ਦੇਸ਼ 'ਚ ਲਗਭਗ ਹਰ ਬੰਦਾ ਐਂ ਹੀ ਭਰਿਆ ਹੋਇਆ, ਐਂ ਹੀ ਸਵਾਲਾਂ ਦੇ ਨਾਲ। ਬਿਲਕੁਲ ਬਿਲਕੁਲ, ਇਹ ਲੋਕਾਂ ਦੀ ਪੀੜਾ ਹੈ, ਇਹ ਮੇਰੀ ਇਕੱਲੇ ਦੀ ਪੀੜਾ ਨਹੀਂ ਹੈਗੀ। ਜੋ ਅਸੀਂ ਗੱਲਾਂ ਕਰਦੇ ਹਾਂ, ਜੋ ਸਮਾਜ 'ਚ ਵਿਚਰਦੇ ਹਾਂ, ਸਾਨੂੰ ਇਹਨਾਂ ਧੁੱਪਾਂ 'ਚ ਖੜਨ ਦੀ ਕੀ ਜ਼ਰੂਰਤ ਹੈ? ਸਾਨੂੰ ਭਾਰਤ ਬੰਦ ਕਰਨ ਦੀ ਕੀ ਜ਼ਰੂਰਤ ਪਈ? ਇਹ ਸਾਡੇ ਨਾਲ ਨਾ ਕੇਂਦਰ ਦੀ ਸਰਕਾਰ ਪੁੱਛੇ ਨਾ, ਕਿਉਂ? ਸਾਨੂੰ ਕੋਈ ਸ਼ੌਕ ਹੈ? ਅਸੀਂ ਕਿਉਂ ਇਹਨਾਂ ਉਮਰਾਂ ਦੇ ਵਿੱਚ ਆ ਕੇ ਇੱਥੇ ਇਹਨਾਂ ਧੁੱਪਾਂ ਦੇ ਵਿੱਚ ਖੜੇ ਹੋਈਏ? ਕੇਂਦਰ ਸਰਕਾਰ ਵਿਚਾਰੇ ਦੇਖੇ ਲੋਕਾਂ, ਉਹਨਾਂ ਕੋਲ ਏਜੰਸੀਜ਼ ਨੇ, ਉਹਨਾਂ ਕੋਲ ਸਾਰੇ ਇੰਟੈਲੀਜੈਂਸ ਸਰਕਲ ਹੈ, ਇਹ ਲੋਕ ਕਿੰਨੇ ਤੰਗ ਨੇ। ਅਸੀਂ ਕੁਝ ਨਹੀਂ ਚਾਹੁੰਦੇ ਮੋਦੀ ਸਾਹਿਬ, ਇਹ ਬਿੱਲ ਵਾਪਸ ਕਰ ਲਓ, ਕਿਸਾਨਾਂ ਨੂੰ ਆਪਣੇ ਘਰ ਆਣ ਦਿਓ, ਇਸ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਓ, ਉਹਨਾਂ ਦੀ ਪ੍ਰੋਡਕਟਿਵਿਟੀ ਦੇ ਵਿੱਚ ਕਨਵਰਟ ਕਰੋ ਉਹਨਾਂ ਨੂੰ। ਉਹਨਾਂ ਦੀ ਜਿਹੜੀ ਪਾਵਰ ਹੈ, ਜਿਹੜੀ ਮਿਹਨਤ ਹੈ, ਉਹਨੂੰ ਦੇਸ਼ ਦੀ ਇਕਨੋਮੀ ਨੂੰ ਡਿਵੈਲਪ ਕਰਨ ਦੇ ਲਈ ਲਾਓ, ਉਹਨਾਂ ਨੂੰ ਬਰਬਾਦ ਨਾ ਗਵਾਓ। ਜਦੋਂ ਲੋਕਤੰਤਰ 'ਚ ਲੋਕ ਕਿਵੇਂ ਨਜ਼ਰਅੰਦਾਜ਼ ਹੁੰਦੇ ਆ, ਉਦੋਂ ਮਨ 'ਚ ਕੀ ਚੱਲ ਰਿਹਾ? ਉਸ ਵੇਲੇ ਜਦੋਂ ਇਸ ਤਰ੍ਹਾਂ ਨਜ਼ਰਅੰਦਾਜ਼ ਹੁੰਦੇ ਨੇ ਨਾ, ਵਿਦਰੋਹ ਪੈਦਾ ਹੁੰਦਾ ਹਮੇਸ਼ਾ। ਵਿਦਰੋਹ ਹਥਿਆਰਬੰਦ ਨਹੀਂ ਇਕੱਲਾ ਹੁੰਦਾ, ਵਿਦਰੋਹ ਆ ਵੀ ਹੁੰਦਾ ਜਦੋਂ ਅਸੀਂ ਬਾਹਾਂ 'ਚ ਬਾਹਾਂ ਪਾ ਕੇ ਖੜ ਜਾਂਦੇ ਆ। ਇਸ ਉਮਰ ਦੇ ਸਾਥੀ ਸਾਡੇ ਸਭ ਤੋਂ ਵੀ ਵੱਡੇ ਜਿਹੜੇ ਹੈਗੇ ਆ, ਜਦੋਂ ਇੱਥੇ ਖੜ ਗਏ ਨਾ ਲੋਕ, ਇਹ ਇੱਕ ਵਿਦਰੋਹ ਦੀ ਨਿਸ਼ਾਨੀ ਹੈ। ਇਹ ਬਹੁਤ ਔਖਾ ਹੈ, ਵਿਦਰੋਹ ਝੱਲਿਆ ਨਹੀਂ ਜਾਂਦਾ। ਮੋਦੀ ਸਾਹਿਬ ਨੂੰ ਇਸ ਪਾਸੇ ਵੱਲ ਨੂੰ ਨਹੀਂ ਤੋਰਨਾ ਚਾਹੀਦਾ। ਪਰ ਜਿਸ ਤਰੀਕੇ ਅੱਜ ਕੱਲ੍ਹ ਵੱਖਰੀ ਕੈਲਕੂਲੇਸ਼ਨ ਦੀ ਰਾਜਨੀਤੀ ਚੱਲ ਪਈ ਵੀ ਇੱਕ ਕਿਸੇ ਧਿਰ ਨੂੰ ਡੋਮੀਨੇਟ ਕਰਕੇ ਵੀ ਸਾਨੂੰ ਤਾਂ ਉਹਨਾਂ ਦੀ ਵੋਟਾਂ ਪੈ ਜਾਣੀਆਂ, ਬਾਕੀ ਇਹ ਕੈਲਕੂਲੇਸ਼ਨ ਵਾਲੀ ਸਿਆਸਤ ਕਿਵੇਂ ਦੇ ਦੇਣਗੇ? ਕਿ ਲੋਕ ਸੰਵਿਧਾਨ ਤਾਂ ਇਹਦੇ ਨਾਲ ਕੋਈ ਦੁਨੀਆ ਦਾ ਕੋਈ ਵੀ ਕੰਟਰੀ ਕਾਮਯਾਬ ਨਹੀਂ ਹੋਇਆ ਇਸ ਲਾਈਨ ਦੇ ਉੱਤੇ। ਟੈਂਪਰੇਰੀ ਫੇਸ ਦੇ ਵਿੱਚ ਤੁਸੀਂ ਜਾਤ ਤੇ ਧਰਮ ਤੇ ਖਿੱਤੇ ਦੇ ਨਾਂ ਤੇ ਵੰਡ ਕੇ ਲੋਕਾਂ ਨੂੰ ਵੋਟਾਂ ਲੈ ਲਓਗੇ, ਲੇਕਿਨ ਇਨ ਦੀ ਲੌਂਗ ਰਨ ਸਾਡੇ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ, ਸਾਨੂੰ ਵਿੱਦਿਆ ਚਾਹੀਦੀ ਹੈ, ਇਸ ਉਮਰ ਦੇ ਵਿੱਚ ਹੈਲਥ ਸਰਵਿਸਿਜ਼ ਚਾਹੀਦੀਆਂ ਨੇ। ਕਿੱਥੇ ਜਾਵਾਂਗੇ? ਮੁੱਦੇ ਸਾਡੇ ਇਹ ਹੋਣੇ ਚਾਹੀਦੇ ਅੱਜ, ਔਰ ਹੋਣਗੇ ਵੀ। ਮੈਂ ਵਾਅਦੇ ਨਾਲ ਕਹਿਣਾ, ਕੋਈ ਫੁੱਟ ਨਹੀਂ ਪਾ ਸਕਦਾ। ਕਿਸਾਨ, ਖੇਤ ਮਜ਼ਦੂਰ, ਦੁਕਾਨਦਾਰ, ਛੋਟਾ ਵਰਗ, ਅਨਇੰਪਲੋਇਡ ਯੂਥ ਸਭ ਇੱਕ ਨੇ। ਨਹੀਂ ਹੋਏ, ਜੇ ਮੋਦੀ ਸਾਹਿਬ ਨੇ ਆਹੀ ਐਟੀਟਿਊਡ ਰੱਖਿਆ ਤਾਂ ਹੋਰ 2-4 ਮਹੀਨੇ 'ਚ ਸਾਰੇ ਇਕੱਠੇ ਹੋ ਜਾਣਗੇ। ਬਹੁਤ ਵੱਡਾ ਵਰਗ ਹੋ ਗਿਆ, ਪਿੰਡਾਂ 'ਚ ਲੜਾਈਆਂ ਘਟ ਗਈਆਂ। ਤੁਹਾਨੂੰ ਲੱਗਦਾ ਵੀ ਚੇਤਨਤਾ ਉਸ ਲੈਵਲ ਦੀ ਵੱਧ ਗਈ? ਕਿਉਂਕਿ ਸਿਆਸਤਦਾਨਾਂ ਦੀ ਇੱਕ ਚੀਜ਼ ਬਣ ਗਈ ਸੀ ਕਿ ਚੋਣਾਂ ਲੱਗ ਗਈਆਂ ਹੋਣਗੀਆਂ, ਧਰਮ ਦੇ ਆਧਾਰ ਤੇ ਵੰਡ ਦਿਓ, ਵੋਟਾਂ ਪੈ ਜਾਣਗੀਆਂ। ਤੁਹਾਨੂੰ ਲੱਗਦਾ ਕਿ ਇੰਨੀ ਚੇਤਨਤਾ ਲੋਕਾਂ 'ਚ? ਬਿਲਕੁਲ ਆਏਗੀ, ਬਿਲਕੁਲ ਆਏਗੀ, ਬਿਲਕੁਲ ਆਏਗੀ। ਲੋਕ ਸੋਚ ਰਹੇ ਨੇ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਅਸੀਂ ਆਪਣੀ ਲੜਾਈ ਨਹੀਂ ਹੁਣ ਲੜ ਰਹੇ, ਅਸੀਂ ਆਪਣੇ ਬੱਚਿਆਂ ਦੀ ਲੜਾਈ ਲੜ ਰਹੇ ਹਾਂ। ਸਾਨੂੰ ਇਹਨਾਂ ਦਾ ਭਵਿੱਖ ਤੰਗ ਕਰ ਰਿਹਾ। ਜ਼ਮੀਨਾਂ ਸਾਡੀਆਂ ਚਲੇ ਗਈਆਂ। ਪਹਿਲੀਆਂ ਵੈਸੇ ਛੋਟੀਆਂ ਨੇ, ਬਚੀਆਂ ਨਹੀਂ। ਜਿਹੜੀਆਂ ਬਚੀਆਂ ਵੀ ਨੇ ਉਹ ਸਾਡੇ ਕੋਲ ਇਨਡਾਇਰੈਕਟਲੀ ਸਾਡੇ ਕੋਲ ਖੋਈਆਂ ਜਾ ਰਹੀਆਂ ਨੇ, ਉਹ ਨਹੀਂ ਅਸੀਂ ਟੋਲਰੇਟ ਕਰ ਸਕਦੇ। ਸਾਡੇ ਬੱਚਿਆਂ ਕੋਲ ਬਚਿਆ ਕੀ ਹੈ? ਮੈਕਸਿਮਮ ਲੋਕਾਂ ਨੂੰ ਐਗਰੀਕਲਚਰ ਤੋਂ ਕੱਢ ਕੇ ਸ਼ਹਿਰੀ ਮਜ਼ਦੂਰ ਬਣਾਉਣ ਦੀ ਪਲਾਨ ਹੈ ਸਾਰੀ। ਇਹਨਾਂ ਨੂੰ ਸ਼ਹਿਰਾਂ 'ਚ ਲਿਆਓ, ਚੌਂਕਾਂ 'ਤੇ ਖੜਨ। ਤੁਸੀਂ ਜਾ ਕੇ ਚੰਡੀਗੜ੍ਹ ਦੇ, ਮੋਹਾਲੀ ਦੇ ਸਾਰੇ ਚੌਕ ਦੇਖ ਲਓ। ਕਦੇ ਨਹੀਂ ਸੋਚਿਆ ਅੱਧੀ ਕਿਸਾਨੀ ਖੜੀ ਹੈ ਉਹਨਾਂ ਚੌਕਾਂ ਦੇ ਉੱਤੇ ਜਾ ਕੇ। ਕੀ ਅਸੀਂ ਆਪਣੀ ਕਿਸਾਨੀ ਨੂੰ ਚੌਕਾਂ 'ਤੇ ਖੜਾ ਕਰਨਾ ਚਾਹੁੰਦੇ ਹਾਂ? ਨਹੀਂ, ਇਹ ਸਾਨੂੰ ਚੁੱਭ ਰਿਹਾ, ਇਹ ਅਸੀਂ ਨਹੀਂ ਐਕਸੈਪਟ ਕਰਾਂਗੇ ਕਿਸੇ ਹਾਲ 'ਚ ਵੀ। ਇਹ ਮੋਦੀ ਸਾਹਿਬ ਨੂੰ ਸਮਝਾਉਣਾ ਚਾਹੀਦਾ, ਅਸੀਂ ਚੌਕਾਂ 'ਤੇ ਨਹੀਂ ਖੜਨਾ। ਬੱਚਿਆਂ ਲਈ ਰੁਜ਼ਗਾਰ ਪੈਦਾ ਹੋਵੇ, ਖੇਤੀ ਦੇ ਵਿੱਚ ਆਪਣਾ ਰੁਜ਼ਗਾਰ ਪੈਦਾ ਹੋਵੇ। ਜਿਹੜੇ ਖੇਤੀ 'ਚ ਲੱਗੇ ਲੋਕ ਨੇ ਉਹਨਾਂ ਨੂੰ ਆਪਣਾ ਰੁਜ਼ਗਾਰ, ਐਡੀਸ਼ਨਲ ਧੰਦੇ ਪੈਦਾ ਕਰਕੇ ਉਹਨਾਂ ਨੂੰ ਉੱਥੇ ਰੱਖਿਆ ਜਾਵੇ, ਸ਼ਹਿਰਾਂ ਵਾਲਿਆਂ ਨੂੰ ਸ਼ਹਿਰਾਂ 'ਚ ਰੱਖਿਆ ਜਾਵੇ। ਪਰ ਜਿਸ ਤਰੀਕੇ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ, ਸਬਰ ਕਿੰਨਾ ਕੁ ਤੁਹਾਡੇ 'ਚ, ਕਿੰਨਾ ਕੁ ਲੰਮਾ ਚਲਾ ਲਓਗੇ? ਜੂੰ ਸਰਕ ਰਹੀ ਹੈ, ਜੂੰ ਸਰਕ ਰਹੀ ਹੈ, ਜੂੰ ਸਰਕ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਹਿੱਲੀ ਹੋਈ ਹੈ ਸੈਂਟਰ ਗੌਰਨਮੈਂਟ। ਸਾਡੇ ਸਬਰ ਦਾ ਅੰਤ ਨਾ ਦੇਖੇ ਸਰਕਾਰ, ਸਾਡੇ ਸਬਰ ਦਾ ਅੰਤ ਨਾ ਦੇਖੇ। ਅਸੀਂ ਤਾਂ ਜੇ ਇੱਥੇ ਖੜੇ ਵੀ ਐਦਾਂ ਚਲੇ ਗਏ ਨਾ, ਕੋਈ ਫਰਕ ਨਹੀਂ ਪੈਂਦਾ। ਸਾਨੂੰ ਖੁਸ਼ੀ ਹੈ ਬਹੁਤ, ਜੇ ਐਦਾਂ ਖੜੇ ਨਾ। ਅਸੀਂ ਤਿਆਰ ਹਾਂ ਇਸ ਮਾਮਲੇ 'ਚ। ਜੇ ਮੋਦੀ ਸਾਹਿਬ ਸਾਡੀ ਜਾਨ ਹੀ ਚਾਹੁੰਦੇ ਨੇ, 700 ਭਰਾ ਮਰ ਗਿਆ ਨਾ, ਸਾਡਾ ਚਲਾ ਗਿਆ। ਕਿਸਾਨੀ ਤੜਫ ਹੈ, ਲੇਕਿਨ ਚੂੰ ਨਹੀਂ ਕੀਤੀ, ਨਾ ਉਹਨਾਂ ਦੇ ਪਰਿਵਾਰਾਂ ਨੇ ਕੀਤੀ ਹੈ। ਕਿਸੇ ਦੇ ਅੱਗੇ ਭੀਖ ਨਹੀਂ ਮੰਗੀ, ਹੱਥ ਨਹੀਂ ਅੱਡੇ। ਹੋਰ ਇੱਥੋਂ ਵੱਡਾ ਸਬਰ ਦਾ ਅੰਦਾਜ਼ ਕੀ ਹੋ ਸਕਦਾ? ਬਿਲਕੁਲ ਬਿਲਕੁਲ। ਬਾਈ ਤੁਸੀਂ ਕਿੰਨੇ ਕੁ ਪ੍ਰਧਾਨ ਮੰਤਰੀ ਦੇਖ? अंग्रेज कड्डे हैं महाराज, ਜਵਾਹਰ ਲਾਲ है कला बहता दुख पुछा था पिंड पिंड मान का भी दसो नगर खेड़े ਨੂੰ क्या तकलीफ है। ये राजा का कम दुख पुछने का नहीं, दुख पा रहे हैं। फिर कैरों साहब होया, कैरों साहब भी कला आवे था, हमें आप देखे हमारी धर्मशाला के बिच आए हथ बंदे में कोई पुलिस नहीं हुआ थी हुक्की गैल। ये हजारों आदमी तो नहीं की गल पुलिस का क्या मतलब पुलिस लियाने का इनू दसो। जे नेक कम करे कोई मारदा फिरा किसी नू।
ਹਮੇ ਤਾਂ ਇਹ ਚੀਜ਼ਾਂ ਦੇਖੀਆਂ ਬਾਈ ਮੋਦੀ ਸਾਹਿਬ ਨੂੰ ਕੱਲੇ ਕੱਲੇ ਨਗਰ ਮਾ ਪੁੱਛਣਾ ਬਹੁਤ ਸਾਰੇ ਲੋਕ ਕਹਿੰਦੇ ਵੀ ਰਾਜਾ ਹੰਕਾਰੀ ਹੋ ਗਿਆ। ਹੰਕਾਰੀ ਇਸ ਉੱਪਰ ਕਿਆ ਹੋਊਗਾ ਜੇ ਤਾਂ ਦੇਸ਼ ਹੀ ਨਾ ਖਤਮ ਕਰ ਦਿਆ। ਹਾਂ ਕੋਈ ਚੀਜ਼ ਛੱਡੀਏ ਨਹੀਂ ਪੱਲੇ, ਨਾ ਰੇਲ ਛੱਡੀਏ ਨਾ ਜਹਾਜ਼ ਛੱਡਿਆ ਨਾ ਕੋਈ ਚੰਗੇ ਜਿਹੜੇ ਗੌਰਮਿੰਟ ਗਏ ਬੜੇ ਬੜੇ ਉਹ ਨਹੀਂ ਛੱਡੇ ਹੈ, ਸਾਰੇ ਵੇਚਦੇ। ਬਾਬਾ ਜੀ ਭਵਿੱਖ ਕਿਵੇਂ ਨਜ਼ਰ ਆਉਂਦਾ? ਇੰਨਾ ਮੈਨੂੰ ਅੰਗਰੇਜ਼ੀ ਨਹੀਂ ਬੋਲਣਾ ਆਉਂਦਾ ਹੈ। ਭਵਿੱਖ ਜਿਹੜਾ ਆਉਣ ਵਾਲਾ ਸਮਾਂ ਹੈਗਾ ਕਿਵੇਂ ਕਿਵੇਂ ਲੱਗਦਾ? ਇਹ ਉਹਦਾ ਮਾੜਾ ਹੀ ਆ ਰਿਹਾ ਹਾਲ। ਕੀ ਕਹਿੰਦੇ ਤੁਸੀਂ? ਭਵਿੱਖ ਬਹੁਤ ਮਾੜਾ ਆ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਏਕਤਾ। ਸੋ ਬਿਲਕੁਲ ਸੁਹਾਣਾ ਸਾਹਿਬ ਗੁਰਦੁਆਰੇ ਦੇ ਬਾਹਰ ਜਿਹੜਾ ਚੌਂਕ ਹੈ ਉੱਥੇ ਖੜੇ ਆ। ਤੁਸੀਂ ਇੱਕ ਵਾਰੀ ਤਸਵੀਰਾਂ ਕਰਨਦੀਪ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਬੀਬੀਆਂ ਵੀ ਆਣੀਆਂ ਸ਼ੁਰੂ ਹੋ ਗਈਆਂ ਨੇ ਤੇ ਚੌਂਕ ਨੂੰ ਚਾਰੇ ਪਾਸਿਓਂ ਬੰਦ ਕੀਤਾ ਗਿਆ ਹੈ ਕਿਉਂਕਿ ਭਾਰਤ ਬੰਦ ਦੀ ਅੱਜ ਕਾਲ ਦਿੱਤੀ ਗਈ ਹੈ ਜਥੇਬੰਦੀਆਂ ਵੱਲੋਂ ਤੇ ਇਸ ਕਾਲ ਨੂੰ ਮੁਕੰਮਲ ਤੌਰ ਦੇ ਉੱਤੇ ਕਾਮਯਾਬ ਕਰਨ ਦੇ ਲਈ ਲੋਕਲ ਕਿਸਾਨ ਵੀ ਪੂਰਾ ਸਾਥ ਦੇ ਰਹੇ ਨੇ। ਤੇ ਜੇਕਰ ਗੱਲ ਕਰੀਏ ਕਿਉਂਕਿ ਸ਼ਹਿਰੀ ਹਲਕਾ ਹੈ ਤਾਂ ਸ਼ਹਿਰੀ ਹਲਕੇ ਦੇ ਬਾਵਜੂਦ ਲੋਕਾਂ ਦਾ ਵੀ ਪੂਰਾ ਸਾਥ ਮਿਲ ਰਿਹਾ ਹੈ। ਆਪਣੇ ਸਹਿਯੋਗੀ ਕਰਨਦੀਪ ਦੇ ਨਾਲ ਕਰਨ ਸ਼ਰਮਾ, ਅੱਖਰ ਦੇ ਲਈ।